ਸ਼੍ਰੀ ਕੇਜਰੀਵਾਲ ਜੀ ਸਫੇਦ ਹੀ ਝੂਠ ਬੋਲੀ ਜਾਂਦੇ ਆ। ਸਿਸੋਦੀਆ ਜੀ ਸਫੇਦ ਹੀ ਝੂਠ ਬੋਲੀ ਜਾਂਦੇ ਆ। ਪਹਿਲੀ ਗੱਲ ਦੇਖੋ, ਇਹ ਕੀ ਕਰਦੇ ਆ, ਸੋਸ਼ਲ ਮੀਡੀਆ ਤੇ ਪਾ ਕੇ ਉਹਨੂੰ ਉਹ ਘਮਾਉਂਦੇ ਆ ਵੀ ਦੇਖੋ ਜੀ ਇੱਦਾਂ ਹੋ ਗਿਆ ਜੀ, ਦੇਖੋ ਜੀ ਇੱਦਾਂ ਹੋ ਗਿਆ। ਜਿਹੜਾ PGI ਸਕੋਰ ਆ ਉਹਦੇ ਵਿੱਚ ਅਸੀਂ ਨੰਬਰ 1 ਹੈ, ਦਿੱਲੀ ਨੰਬਰ 6ਵੇਂ ਤੇ ਆ। ਇਹ ਜਦੋਂ ਚੌਥੇ ਤੇ ਸੀ, ਅਸੀਂ 23ਵੇਂ ਤੇ ਸੀ, ਉਦੋਂ ਇਹਨਾਂ ਦੇ MLA ਬਹੁਤ ਰੌਲਾ ਪਾਉਂਦੇ ਸੀ। ਅੱਜ ਇਹ PGI ਸਕੋਰ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਇਹਨਾਂ ਦੇ 22,000 ਗੈਸਟ ਫੈਕਲਟੀ ਟੀਚਰ ਹੈ ਜਿਨ੍ਹਾਂ ਨੂੰ ਇਹਨੇ ਪੱਕਿਆ ਨਹੀਂ ਕੀਤਾ 7 ਸਾਲ ਹੋ ਗਏ। ਹਾਂ, ਕਿਤੇ ਨਾ ਕਿਤੇ ਸਮੱਸਿਆਵਾਂ ਹੈਗੀਆਂ, ਮੈਂ ਨਹੀਂ ਕਹਿੰਦਾ ਨਹੀਂ ਹੁੰਦੀਆਂ। ਦੇਖੋ, ਇੱਕ ਇੰਡਸਟਰੀਲਿਸਟ ਕਹਿੰਦਾ, ਮੈਂ ਜਿੰਨੀਆਂ ਵੀ ਮੀਟਿੰਗਸ ਕੀਤੀਆਂ, ਇੱਕ ਇੰਡਸਟਰੀਲਿਸਟ ਕਹਿੰਦਾ ਮੇਰੇ ਕੋਲ ਕੰਮ ਕਰਨ ਲਈ ਬੱਚਾ ਨਹੀਂ ਹੈਗਾ, ਬੱਚਾ ਕਹਿੰਦਾ ਮੇਰੇ ਕੋਲ ਨੌਕਰੀ ਨਹੀਂ ਹੈਗੀ। ਇਹਦਾ ਮਤਲਬ ਕਿਤੇ ਨਾ ਕਿਤੇ ਗੈਪ ਹੈ। ਬਾਬੇ ਨਾਨਕ ਦੇ ਸਰਬ ਸਾਂਝੀਵਾਲਤਾ ਦੇ ਸੁਨੇਹੇ ਤੇ ਪਹਿਰਾ ਦੇ ਰਹੀ ਪੰਜਾਬ ਸਰਕਾਰ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਿੰਦੂ ਭਾਈਚਾਰੇ ਲਈ ਵੀ ਵੱਡੇ ਐਲਾਨ ਕੀਤੇ ਨੇ। ਪਵਿੱਤਰ ਰਮਾਇਣ, ਮਹਾਭਾਰਤ ਅਤੇ ਸ਼੍ਰੀਮਦ ਭਗਵਦ ਗੀਤਾ ਦੇ ਉੱਪਰ ਖੋਜ ਕੇਂਦਰ ਸਥਾਪਿਤ ਕੀਤੇ ਜਾ ਰਹੇ ਨੇ। ਭਗਵਾਨ ਪਰਸ਼ੂਰਾਮ ਦੇ ਤਪ ਸਥਾਨ ਪਿੰਡ ਖਾਟੀ ਦੇ ਵਿੱਚ ਮੱਥਾ ਟੇਕਣ ਦੇ ਬਾਅਦ CM ਚੰਨੀ ਨੇ ਇਹ ਐਲਾਨ ਕੀਤੇ ਅਤੇ ਕਿਹਾ ਹੈ ਕਿ ਰਿਸਰਚ ਨੂੰ ਹੋਰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਵਰਲਡ ਲੈਵਲ ਰਿਸਰਚ ਸੈਂਟਰ ਸਥਾਪਿਤ ਕੀਤਾ ਜਾ ਰਿਹਾ ਹੈ। ਉਹ ਚਾਹੁੰਦੇ ਨੇ ਕਿ ਰਮਾਇਣ, ਮਹਾਭਾਰਤ ਤੇ ਸ਼੍ਰੀਮਦ ਭਗਵਦ ਗੀਤਾ ਸਦੀਆਂ ਤੋਂ ਮਨੁੱਖਤਾ ਦੀ ਪ੍ਰੇਰਨਾ ਦਾ ਸਰੋਤ ਰਿਹਾ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਇਸ ਦੇ ਅਸਰ ਨੂੰ ਪਹੁੰਚਾਇਆ ਜਾਣਾ ਚਾਹੀਦਾ ਹੈ। ਮੇਰਾ ਬਚਪਨ ਤੋਂ ਸੋਚ ਹੈ, ਸ਼੍ਰੀ ਭਗਵਦ ਗੀਤਾ ਤੇ ਆਪਣਾ ਇੱਕ ਅਧਿਐਨ ਸੈਂਟਰ, ਇੱਕ ਮਹਾਭਾਰਤ ਦੇ ਅਧਿਐਨ, ਇੱਕ ਰਮਾਇਣ ਦੇ ਅਧਿਐਨ ਸੈਂਟਰ ਹੋਵੇ। ਸੋ ਅਸੀਂ ਹੁਣ ਪੰਜਾਬ ਦੇ ਵਿੱਚ ਇੱਕ ਵੱਡੀ ਜਗ੍ਹਾ ਲੈ ਕੇ ਇਹ ਰਿਸਰਚ ਸੈਂਟਰ ਹੋਵੇ। ਪੰਜਾਬ ਸਰਕਾਰ ਸਭ ਧਰਮਾਂ ਦਾ ਤੇ ਭਾਈਚਾਰਿਆਂ ਦਾ ਸਤਿਕਾਰ ਕਰਦੇ ਹੋਏ ਪੰਜਾਬ ਨੂੰ ਇਕਜੁੱਟ ਕਰਕੇ ਤਰੱਕੀ ਦੇ ਰਾਹ ਪਾ ਰਹੀ ਹੈ। ਪੰਜਾਬ ਸਰਕਾਰ ਲੋਕਾਂ ਦੀ ਸਰਕਾਰ। ਯਾਰ, ਇਹ 5% ਹੈ। 90% ਟੀਚਰ ਬਹੁਤ ਮਿਹਨਤੀ ਆ। ਟੀਚਰਾਂ ਨੇ ਜਿੰਨੀ ਅਪਗ੍ਰੇਡੇਸ਼ਨ ਹੋਈ ਆ ਪੰਜਾਬ PGI ਇੰਡੈਕਸ ਦੇ ਵਿੱਚ, ਉੱਦਾਂ ਨਹੀਂ ਅੱਗੇ ਆ ਸਕਦਾ ਸੀ। ਇਹ ਟੀਚਰਾਂ ਦੀ ਮਿਹਨਤ ਹੈ, ਇਹ ਉੱਥੇ ਦੇ ਲੋਕਾਂ ਦੀ ਮਿਹਨਤ ਹੈ, ਇਹ NRIs ਨੇ ਇਨਵੈਸਟਮੈਂਟ ਕੀਤੀ ਆ, ਇਹ ਸਰਕਾਰ ਨੇ ਕੀਤੀ ਆ। ਚਲੋ, ਇਹਨਾਂ ਦੇ ਦਾਅਵੇ ਤਾਂ ਬਹੁਤ। ਕੇਜਰੀਵਾਲ ਜੀ ਬੇਸਿਕਲੀ ਵਿਕਰਮ ਮਜੀਠੀਆ ਨੂੰ ਕੀ ਕੁਝ ਕਹਿ ਕੇ ਗਏ ਸੀ, ਮੇਰੇ ਖਿਆਲ ਪੂਰੇ ਪੰਜਾਬ 'ਚ ਇਹਨਾਂ ਨੇ ਇਸ਼ਤਿਹਾਰ ਲਾਏ ਸੀ ਤੇ ਫਿਰ ਮਾਫੀ ਮੰਗ ਕੇ ਚਲੇ ਗਏ। ਪਰ ਕੀ ਇਹੋ ਜਿਹੇ ਬੰਦੇ ਦੀ ਜਵਾਨ ਕਰੀਏ ਯਾਰ, ਕੀ ਇਹੋ ਜਿਹੇ ਬੰਦੇ ਦਾ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਦੈਨਿਕ ਸਵੇਰਾ TV ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਨਿਤ ਕਪੂਰ ਔਰ ਪੰਜਾਬ ਦੀ ਸਿਆਸਤ ਦੀ ਗੱਲ ਕਰ ਲੈਣਾ। ਜਿਸ ਢੰਗ ਦੇ ਨਾਲ ਪੰਜਾਬ ਦੇ ਵਿੱਚ 2022 ਦੀ ਸਿਆਸਤ ਜਿਹੜੀ ਹੈ ਉਹ ਭਖੀ ਹੋਈ ਹੈ। ਵੱਖ-ਵੱਖ ਮਸਲਿਆਂ ਨੂੰ ਲੈ ਕੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਚੋਣ ਪ੍ਰਚਾਰ ਕਰਦੀਆਂ ਨਜ਼ਰ ਆ ਰਹੀਆਂ ਨੇ, ਲੇਕਿਨ ਕਾਂਗਰਸ ਦੇ ਉੱਪਰ ਸਭ ਦੀ ਨਜ਼ਰ ਹੈ ਕਿਉਂਕਿ ਸੂਬੇ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਢੰਗ ਦੇ ਨਾਲ ਕਾਂਗਰਸੀ ਆਗੂ ਬਾਰ-ਬਾਰ ਦਾਅਵਾ ਕਰ ਰਹੇ ਨੇ ਕਿ 2022 ਦੇ ਵਿੱਚ ਵੀ ਉਹਨਾਂ ਦੀ ਸਰਕਾਰ ਬਣੇਗੀ ਤੇ ਵਿਜ਼ਨ ਕੀ ਰਹੂਗਾ ਔਰ ਹੁਣ ਦੇ ਵਿੱਚ ਕਿਹੜੇ-ਕਿਹੜੇ ਮਸਲੇ ਹੱਲ ਹੋ ਪਾਏ ਨੇ। ਸਿੱਖਿਆ ਮੰਤਰੀ ਪ੍ਰਗਟ ਸਿੰਘ ਦੀ ਗੱਲ ਕਰਦੇ ਨੇ, ਉਹ ਸਾਡੇ ਨਾਲ ਨੇ ਅੱਜ, ਕਿਉਂਕਿ ਸਿੱਖਿਆ ਮੰਤਰੀ ਸਾਹਿਬ ਚਰਚਾਵਾਂ ਦੇ ਵਿੱਚ ਹੈ। ਸਰ, ਤੁਹਾਡਾ ਮਹਿਕਮਾ ਔਰ ਤੁਸੀਂ ਚਰਚਾਵਾਂ ਦੇ ਵਿੱਚ ਹੋ ਕਿਉਂਕਿ ਆਮ ਆਦਮੀ ਪਾਰਟੀ ਨੇ ਸਿੱਖਿਆ ਨੂੰ ਕਿਹਾ ਕਿ ਮਸਲਾ ਬਣਾ ਦਿਓ ਇਨ ਚੋਣਾਂ ਦੇ ਵਿੱਚ। ਕਿੱਦਾਂ ਦੇਖਦੇ ਹੋ ਇਸ ਸਿਆਸਤ ਨੂੰ ਔਰ ਓਵਰਆਲ ਜਿਸ ਢੰਗ ਦੀ ਬਿਆਨਬਾਜ਼ੀਆਂ ਹੋ ਰਹੀਆਂ ਨੇ ਸਟੇਜਾਂ ਦੇ ਉੱਪਰੋਂ, ਜਿਸ ਤਰ੍ਹਾਂ ਦੇ ਆਰੋਪ ਲਾਏ ਜਾ ਰਹੇ ਨੇ ਸਟੇਜਾਂ ਦੇ ਉੱਪਰੋਂ, ਇਸ ਤਰ੍ਹਾਂ ਦੀ ਰਾਜਨੀਤੀ? ਦੇਖੋ, ਮੈਂ ਵਿਨੀਤ ਅੱਜ ਤੱਕ ਕਦੀ ਉਹ ਗੱਲ ਨਹੀਂ ਕੀਤੀ ਜਿਹੜੀ ਮੈਂ ਕਰ ਨਾ ਸਕਾਂ। ਮੈਂ ਘੱਟ ਕਹਿ ਲੂੰਗਾ, ਆਪਣੀ ਪਾਰਟੀ ਨੂੰ ਕਹਿ ਲੂੰਗਾ, ਪਰ ਉਹ ਨਹੀਂ ਗੱਲ ਕਰਨੀ ਜਿਹੜੀ ਲੌਜੀਕਲ ਨਾ ਹੋਵੇ। ਅਨਫੋਰਚੂਨੇਟਲੀ ਐਕਚੁਅਲੀ ਕੇਜਰੀਵਾਲ ਜੀ ਸਫੇਦ ਹੀ ਝੂਠ ਬੋਲੀ ਜਾਂਦੇ ਆ। ਸਿਸੋਦੀਆ ਜੀ ਸਫੇਦ ਹੀ ਝੂਠ ਬੋਲੀ ਜਾਂਦੇ ਆ। ਪਹਿਲੀ ਗੱਲ ਦੇਖੋ, ਇਹ ਕੀ ਕਰਦੇ ਆ, ਸੋਸ਼ਲ ਮੀਡੀਆ ਤੇ ਪਾ ਕੇ ਉਹਨੂੰ ਉਹ ਘਮਾਉਂਦੇ ਆ ਵੀ ਦੇਖੋ ਜੀ ਇੱਦਾਂ ਹੋ ਗਿਆ ਜੀ, ਦੇਖੋ ਜੀ ਇੱਦਾਂ ਹੋ ਗਿਆ। ਜਿਹੜਾ PGI ਸਕੋਰ ਆ ਉਹਦੇ ਵਿੱਚ ਅਸੀਂ ਨੰਬਰ 1 ਹੈ, ਦਿੱਲੀ ਨੰਬਰ 6ਵੇਂ ਤੇ ਆ। ਇਹ ਜਦੋਂ ਚੌਥੇ ਤੇ ਸੀ, ਅਸੀਂ 23ਵੇਂ ਤੇ ਸੀ, ਉਦੋਂ ਇਹਨਾਂ ਦੇ MLA ਬਹੁਤ ਰੌਲਾ ਪਾਉਂਦੇ ਸੀ। ਅੱਜ ਇਹ PGI ਸਕੋਰ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਇਹ ਤਾਂ ਇਹਨਾਂ ਦੀ ਅਸਲੀਅਤ ਹੈ। ਇਹਨਾਂ ਦੇ 22,000 ਗੈਸਟ ਫੈਕਲਟੀ ਟੀਚਰ ਹੈ ਜਿਨ੍ਹਾਂ ਨੂੰ ਇਹਨੇ ਪੱਕਿਆ ਨਹੀਂ ਕੀਤਾ 7 ਸਾਲ ਹੋ ਗਏ।
ਅੱਛਾ, ਦੂਸਰੀ ਗੱਲ ਜਿਹੜਾ ਦੂਸਰਾ ਐਂਗਲ ਆ ਕਿ ਇਹ ਮੈਟਰੋਪੋਲੀਟਨ ਸਿਟੀ ਆ। ਇਹ ਬੇਸਿਕਲੀ ਇਹ ਇੱਕ ਮਿਊਨਿਸਪੈਲਿਟੀ ਚਲਾਉਂਦੇ ਆ, ਅਸੀਂ ਸੂਬਾ ਚਲਾਉਂਦੇ ਆ। ਸੂਬਾ ਵੀ ਉਹ ਚਲਾਉਂਦੇ ਆ ਜਿਹੜਾ ਬਾਰਡਰ ਸਟੇਟ ਹੈ। ਇਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਬੀੜੀਆਂ ਵਾਲਾ ਪੁਲ ਕਿੱਥੇ ਆ। ਉੱਥੇ ਜਾ ਕੇ ਵੀ ਸਾਡੀ ਜਿਹੜੀ ਆਨਲਾਈਨ ਜਿਹੜੀ ਐਜੂਕੇਸ਼ਨ ਦੀ ਆਨਲਾਈਨ ਟਰਾਂਸਫਰ ਪਾਲਿਸੀ ਆ, ਉਹਦੇ ਟੀਚਰ ਗਏ ਹੈਗੇ ਆ। ਹਾਂ, ਕਿਤੇ ਨਾ ਕਿਤੇ ਸਮੱਸਿਆਵਾਂ ਹੈਗੀਆਂ, ਮੈਂ ਨਹੀਂ ਕਹਿੰਦਾ ਨਹੀਂ ਹੁੰਦੀਆਂ, ਕਿਉਂਕਿ 19,322 ਸਕੂਲ ਤੇ 1,052 ਸਕੂਲ, ਇਹਦਾ ਕੰਪੈਰੀਜ਼ਨ ਕਦੀ ਹੋ ਸਕਦਾ? ਉਹ ਵੀ ਮੈਟਰੋਪੋਲੀਟਨ ਸਿਟੀ ਤੇ ਇੱਕ ਸੂਬਾ। ਲੇਕਿਨ ਅਨਫੋਰਚੂਨੇਟਲੀ, ਅੱਛਾ ਬਈ ਮੈਂ ਬਾਥਰੂਮ ਤਾਂ ਗੰਦੇ ਦਿੱਲੀ ਦੇ ਵਿੱਚ ਜਿੰਨੇ ਮਰਜ਼ੀ ਦਿਖਾ ਦਿੰਦਾ, ਮੈਂ ਤਾਂ ਦਿੱਲੀ ਦੇ ਵਿੱਚ ਬਹੁਤ ਸਾਲ ਰਿਹਾ, ਮੈਂ ਦਿੱਲੀ ਬਾਰੇ ਚੰਗੀ ਤਰ੍ਹਾਂ ਜਾਣਦਾ, ਕਿਉਂਕਿ ਇਹ ਤਾਂ ਪੋਲਿਊਸ਼ਨ ਵੀ ਕਹਿੰਦੇ ਸੀ ਵੀ ਪੰਜਾਬ ਹੀ ਫੈਲਾਉਂਦਾ ਹੈਗਾ, ਇਹ ਤਾਂ ਪਰਾਲੀ ਦੀ ਵੀ ਗੱਲ ਕਰਦੇ ਸੀ, ਜਦ ਕਿ ਸੁਪਰੀਮ ਕੋਰਟ ਦੀ ਰੂਲਿੰਗ ਵੀ ਆ ਗਈ ਕਿ ਉਹ ਸਿਰਫ 3% ਜਾਂ 4% ਆ, ਬਾਕੀ ਸਾਰੀ ਤਾਂ ਇਹਨਾਂ ਦੀ ਆਪਣੀ ਸਮੱਸਿਆ ਹੈਗੀ। ਸੋ ਇਸ ਕਰਕੇ ਇਹ ਸਫੇਦ ਝੂਠ ਜਿਹੜਾ ਆ, ਇਹ ਚੰਗੀ ਗੱਲ ਨਹੀਂ ਹੈ। ਮੈਂ ਸੋਚਿਆ ਸੀ ਸਿਸੋਦੀਆ ਜੀ ਨਾ ਕੋਈ ਕਹਿਣਗੇ ਵੀ ਆਪਣੇ ਜਿਹੜੇ ਐਜੂਕੇਸ਼ਨਿਸਟ ਆ ਉਹ ਬਹਿ ਕੇ ਡਿਸਕਸ ਕਰਨ, ਫੇਰ ਕਿ ਅੱਛਾ ਉਹਦੇ ਲਈ ਤਾਂ PGI ਸਕੋਰ ਹੀ ਬਹੁਤ ਹੈ। ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਇਸ ਟੌਪਿਕ ਤੇ ਇਹਨਾਂ ਨੂੰ ਰਾਜਨੀਤੀ ਕਰਨੀ ਚਾਹੀਦੀ। ਕੋਈ ਚੰਗੀ ਚੀਜ਼ ਲਿਆਉਣ, ਮੈਂ ਨਹੀਂ ਕਹਿੰਦਾ ਵੀ ਜੇ ਕੋਈ ਚੰਗੀ ਚੀਜ਼ ਕਰਦੇ ਹੈਗੇ ਤਾਂ ਕਰਨੀ ਚਾਹੀਦੀ ਹੈਗੀ ਆ। ਅੱਛਾ, ਇੱਕ ਦੂਸਰੇ ਤੋਂ ਅਸੀਂ ਸਿੱਖ ਸਕਦੇ ਆ, ਇੱਕ ਦੂਸਰੇ ਨੂੰ ਫੋਲੋ ਕਰ ਸਕਦੇ ਆ, ਪਰ ਜੇ ਇਦਾਂ ਦੀ ਘਸੀ ਪਿੱਟੀ ਰਾਜਨੀਤੀ ਕਰਨੀ ਆ, ਮੈਂ ਉਹਦਾ ਹਿੱਸੇਦਾਰ ਹੈ ਨਹੀਂਗਾ। ਕਿੱਦਾਂ ਦੇਖਦੇ ਹੋ? 250 ਸਕੂਲਾਂ ਦੀ ਲਿਸਟ ਜਾਰੀ ਕਰ ਦਿੰਦੇ ਨੇ, ਇੱਕ ਸਕੂਲ ਦਾ ਦੌਰਾ ਕਰ ਦਿੰਦੇ ਨੇ, ਉਸ ਤੋਂ ਬਾਅਦ ਮਾਈਨਿੰਗ ਸਾਈਟਸ ਦਾ ਦੌਰਾ ਉਹ ਕਰ ਦਿੰਦੇ ਨੇ। ਇਸ ਤਰ੍ਹਾਂ ਦੇ ਮਸਲਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਉਹਨਾਂ ਦੀ ਜਿਹੜੀ ਕੋਸ਼ਿਸ਼ ਹੈ, ਲੱਗਦਾ ਡੈਮੇਜ ਕਰ ਪਾਉਣਗੇ। ਅਸੀਂ 5 ਰੁਪਏ ਸੈਂਡ ਕੀਤੀ ਹੈਗੀ ਆ ਵਨੀਤ, ਇਹਦੇ 'ਚ ਕੋਈ ਦੋਰਾਵਾਂ ਨਹੀਂ ਹੈ ਕਿ ਇਹੋ ਜਿਹੇ ਨੈਕਸਸ ਨੂੰ ਤੋੜਨਾ ਔਖਾ ਹੁੰਦਾ। ਇਹਦੇ 'ਚ ਕੋਈ ਮੈਂ ਕਦੀ ਡਿਨਾਈ ਨਹੀਂ ਕਰਦਾ, ਇੱਕਾ ਦੁੱਕਾ ਹੋਣਗੇ, ਬਟ ਅਸੀਂ ਕਾਫੀ ਹੱਦ ਤੱਕ ਜਿਹੜਾ ਸਰਕਾਰੀ ਲੈਵਲ ਤੱਕ ਯੈਸ। ਇੱਕ ਦੂਸਰਾ ਐਂਗਲ ਇਹ ਵੀ ਹੈ ਵਨੀਤ ਕਿ ਸਾਨੂੰ ਮਿਲੇ ਬੇਸਿਕਲੀ 80, 85 ਜਾਂ 90 ਦਿਨ। 90 ਦਿਨਾਂ 'ਚ ਬਿਊਰੋਕਰੈਟ ਵੀ ਕਿਤੇ ਨਾ ਕਿਤੇ ਅੱਖ ਫੇਰਦਾ, ਉਹਨੂੰ ਐ ਲੱਗਦਾ ਕਿ ਮੈਂ ਉਹ ਕੰਮ ਨਾ ਕਰਾਂ ਜਿਹੜਾ ਕੱਲ ਨੂੰ ਕੋਈ ਮੈਨੂੰ, ਪਰ ਅਸੀਂ ਉਹ ਕੰਮ ਕੀਤਾ ਨਹੀਂ ਹੈ। ਅਸੀਂ ਉਹੀ ਕੀਤਾ ਜਿਹੜਾ ਡੂਏਬਲ ਹੈਗਾ, ਜਿਹੜਾ ਪੈਰਾਮੀਟਰ ਦੇ ਵਿੱਚ ਆਉਂਦਾ, ਜਿਹੜਾ ਸਿਸਟਮ ਦੇ ਵਿੱਚ ਆਉਂਦਾ। ਮੈਂ ਹਮੇਸ਼ਾ ਲੜਾਈ ਸਿਸਟਮ ਦੀ ਲੜੀ ਆ, ਕਿਉਂਕਿ ਇੱਕ ਔਨਗੋਇੰਗ ਪ੍ਰੋਸੈਸ ਹੈਗਾ ਕਿਸੇ ਵੀ ਕੰਮ ਨੂੰ ਕਰਨ ਦਾ, ਔਰ ਉਸ ਔਨਗੋਇੰਗ ਪ੍ਰੋਸੈਸ ਦੇ ਵਿੱਚ ਤੁਹਾਨੂੰ ਆਪਣੇ ਐਫਰਟਸ ਕਰਨੇ ਪੈਣੇ, ਕਰਦੇ ਰਹਿਣਾ ਚਾਹੀਦਾ। ਮੈਂ ਹਮੇਸ਼ਾ ਗਲਾਸ ਨੂੰ ਅੱਧਾ ਭਰਿਆ ਹੋਇਆ ਦੇਖਦਾ, ਅੱਧਾ ਖਾਲੀ ਨਹੀਂ ਦੇਖਦਾ। ਮੈਂ ਆਪਣੀ ਜ਼ਿੰਦਗੀ ਦੀ ਇੱਕੋ ਹੀ ਫਿਲਾਸਫੀ ਬਣਾਈ ਆ ਕਿ ਬੀ ਪੋਜ਼ਿਟਿਵ, ਲੈਟ ਅਸ ਵਰਕ ਟੂਗੈਦਰ। ਮੈਂ ਨਹੀਂ ਕਹਿੰਦਾ, ਹਰ ਬੰਦੇ ਦੀ ਇੱਕ ਆਪਣਾ ਥਾਟ ਪ੍ਰੋਸੈਸ ਹੈ, ਕਮਜ਼ੋਰੀਆਂ ਹੈਗੀਆਂ, ਸਰਕਾਰ 'ਚ ਕਮਜ਼ੋਰੀਆਂ ਹੈਗੀਆਂ, ਪੋਲੀਟੀਕਲ ਸਿਸਟਮ 'ਚ ਹੈਗੀਆਂ, ਬਿਊਰੋਕਰੈਟਸ ਹੈਗੀਆਂ, ਤਾਂ ਹੀ ਤਾਂ ਸਾਡਾ ਦੇਸ਼ ਜਿਹੜਾ ਆ ਉਹ ਹੌਲੀ ਹੌਲੀ ਕਿਤੇ ਨਾ ਕਿਤੇ ਮਾੜੀ ਪੋਜੀਸ਼ਨ ਵੱਲ ਨੂੰ ਤੁਰਿਆ ਜਾ ਰਿਹਾ ਹੈ। ਲੇਕਿਨ ਮੈਂ ਐਜੂਕੇਸ਼ਨ, ਹੁਣ ਤੁਸੀਂ ਕਹੋਗੇ ਵੀ ਮੈਂ ਐਜੂਕੇਸ਼ਨ ਲਿਆ ਕਿਉਂ, ਮੈਨੂੰ ਇਹ ਲੱਗਦਾ ਕਿ ਜੇ ਅਸੀਂ ਜਿਹੜੀ ਸਾਡੀ ਨਵੀਂ ਪੀੜ੍ਹੀ ਆ, ਜਿਹਨੂੰ ਅਸੀਂ ਸਮੇਂ ਦਾ ਹਾਣੀ ਨਾ ਬਣਾ ਸਕੇ, ਅਸੀਂ 4 ਸੜਕਾਂ ਭਾਵੇਂ ਘੱਟ ਬਣਾ ਲਈਏ, 4 ਪੁਲ ਘੱਟ ਬਣਾ ਲਈਏ, ਕੋਈ ਨਹੀਂ, ਦੂਰੋਂ ਘੁੰਮ ਕੇ ਆ ਜਾਵਾਂਗੇ, ਏਡੀ ਕਿਹੜੀ ਗੱਲ ਹੈ। ਲੇਕਿਨ ਇਹਨੂੰ ਸਮੇਂ ਦਾ ਹਾਣੀ ਬਣਾਉਣਾ ਸਾਡਾ ਮੁੱਖ ਚੈਲੰਜ ਹੈਗਾ, ਕਿਉਂਕਿ ਚਾਈਨਾ ਨੇ ਕੀਤਾ। ਚਾਈਨਾ ਨੇ ਆਪਣੇ ਹਿਊਮਨ ਰਿਸੋਰਸਿਸ ਨੂੰ ਇੰਡਸਟਰੀ ਦੇ ਨਾਲ ਜੋੜ ਕੇ ਉਹੋ ਜਿਹੇ ਕੋਰਸਿਸ ਡਿਜ਼ਾਈਨ ਕਰਕੇ, ਦੇਖੋ ਇੱਕ ਇੰਡਸਟਰੀਲਿਸਟ ਕਹਿੰਦਾ, ਮੈਂ ਜਿੰਨੀਆਂ ਵੀ ਮੀਟਿੰਗਸ ਕੀਤੀਆਂ, ਇੱਕ ਇੰਡਸਟਰੀਲਿਸਟ ਕਹਿੰਦਾ ਮੇਰੇ ਕੋਲ ਕੰਮ ਕਰਨ ਲਈ ਬੱਚਾ ਨਹੀਂ ਹੈਗਾ, ਬੱਚਾ ਕਹਿੰਦਾ ਮੇਰੇ ਕੋਲ ਨੌਕਰੀ ਨਹੀਂ ਹੈਗੀ। ਇਹਦਾ ਮਤਲਬ ਕਿਤੇ ਨਾ ਕਿਤੇ ਗੈਪ ਹੈ। ਉਹਦੇ ਲਈ ਮੈਂ ਜਿੰਨੇ ਵੀ ਐਜੂਕੇਸ਼ਨਿਸਟ ਸੀਗੇ, ਜਿੰਨੇ ਵੀ ਇੰਟੈਲੈਕਚੁਅਲ ਸੀਗੇ, ਜੇ ਮੈਨੂੰ ਕਿਤੇੋਂ ਬਾਹਰੋਂ ਵੀ ਕੁਛ ਹਾਇਰ ਕਰਨਾ ਪਿਆ, ਮੈਂ ਉਹਦੇ ਕੋਰਸਿਸ ਡਿਜ਼ਾਈਨ ਕਰਾਉਣੇ ਆ, ਔਰ ਉਹਦੀਆਂ ਕਮੇਟੀਆਂ ਆਲਰੇਡੀ ਫਾਰਮੇਸ਼ਨ ਮੈਂ ਕਰ ਦਿੱਤੀ ਆ ਵੀ ਤਾਂ ਕਿ ਅਸੀਂ ਇੱਕ ਰੋਡ ਮੈਪ ਤਾਂ ਲਈਏ, ਅਸੀਂ ਉਹਨੂੰ ਵਿਜ਼ਨ ਤਾਂ ਦਈਏ। ਐਜੂਕੇਸ਼ਨ ਜਿਹੜਾ ਸਾਡਾ ਪ੍ਰਾਈਵੇਟ ਸੈਕਟਰ ਆ, ਉਹਦਾ ਆਪਣਾ ਰੋਲ ਹੈ, ਸਰਕਾਰੀ ਆਪਣਾ ਰੋਲ ਹੈ, ਇਹਨੂੰ ਅਪਗ੍ਰੇਡ ਕਰਨ ਦੀ ਜ਼ਰੂਰਤ ਹੈ। ਉਹਦੇ ਲਈ ਮੈਂ 45 ਦਿਨਾਂ ਦੇ ਵਿੱਚ 1158 ਲੈਕਚਰਰ ਜਿਹੜੇ ਅਸਿਸਟੈਂਟ ਲੈਕਚਰਰ ਆ, ਉਹਨਾਂ ਦੀਆਂ ਪੋਸਟਾਂ ਕ੍ਰੀਏਟ ਕਰਕੇ ਤੇ ਭਰੀਆਂ। ਇਹ ਠੀਕ ਆ ਵੀ 2-4 ਦਿਨਾਂ 'ਚ ਜਿਹੜਾ ਕੋਰਟ ਦੇ ਵਿੱਚ ਅਸੀਂ ਜੋ ਕੋਰਟ ਨੇ ਸਾਨੂੰ ਕਿਹਾ, ਕਿਉਂਕਿ ਆਬਜ਼ਰਵੇਸ਼ਨ ਕੋਰਟ ਦੀ ਸੀਗੀ, ਤੇ ਅਸੀਂ ਉਸ ਆਬਜ਼ਰਵੇਸ਼ਨ ਨੂੰ ਬੇਸਿਕਲੀ ਕੰਸੀਡਰ ਕਰਕੇ ਜੋ ਵੀ ਹੈਗੇ ਪੈਰਾਮੀਟਰਸ ਉਹਨੂੰ ਲੈ ਕੇ, ਹੋ ਸਕਦਾ ਕਿਸੇ ਸਾਡੇ ਕੋਲ ਗਲਤੀ ਹੋਵੇ, ਪਰ ਇੰਟੈਂਸ਼ਨਸ 1996 ਤੋਂ ਬਾਅਦ 25 ਸਾਲਾਂ ਬਾਅਦ 26 ਸਾਲਾਂ ਬਾਅਦ ਇਹ ਪਹਿਲੀ ਰਿਕਰੂਟਮੈਂਟ ਆ ਹਾਇਰ ਐਜੂਕੇਸ਼ਨ ਦੇ ਵਿੱਚ, ਜਿਹੜੀ ਕਿ 45 ਦਿਨਾਂ ਦੇ ਵਿੱਚ ਮੈਂ ਪ੍ਰੋਸੈਸ ਪੂਰਾ ਕੀਤਾ। ਸੋ ਇਹ ਇੱਕ ਵਿਜ਼ਨ ਹੈਗੀ ਆ। ਔਰ ਦੂਸਰਾ ਹੈਗਾ ਜਿਹੜਾ ਸਾਡਾ ਚੈਰੀਟੇਬਲ ਜਿਹੜੀਆਂ ਇੰਸਟੀਟਿਊਸ਼ਨਸ ਆ, ਲਾਈਕ DAV ਹੈ, ਖਾਲਸਾਜ਼ ਹੈ, ਇਹ ਸਾਰੀਆਂ ਜਿਹੜੀਆਂ ਇਹਨਾਂ ਨੂੰ ਇੱਕ ਲਾਈਨ ਦੇ ਵਿੱਚ ਲੈ ਕੇ ਆਉਣਾ। ਅਲਟੀਮੇਟਲੀ ਬੱਚਾ ਜਿਹੜਾ ਵੀ ਪੜ੍ਹ ਰਿਹਾ, ਉਹ ਪੜ੍ਹ ਤਾਂ ਪੰਜਾਬ ਦਾ ਹੀ ਰਿਹਾ ਨਾ। ਸੋ ਇਹ ਜੇ ਅਸੀਂ, ਔਰ ਇੰਡਸਟਰੀ ਨਾਲ,
ਕਿਉਂਕਿ ਇੰਡਸਟਰੀ ਨੂੰ ਨਾਲ ਲੈ ਕੇ ਉਹਦੇ ਕੋਰਸਸ ਡਿਜ਼ਾਈਨ ਕਰਾ ਕੇ ਸਾਨੂੰ ਦੇਖੋ, ਅਸੀਂ ਔਰੰਗਜ਼ੇਬ ਨੂੰ, ਅਕਬਰ ਨੂੰ, ਯੈਸ ਉਹ ਇੱਕ ਸਾਡਾ ਹਿਸਟਰੀ ਆ, ਉਹਨੂੰ ਕਿੰਨਾ ਕੁ ਚਿਰ ਪੜ੍ਹਦੇ ਰਵਾਂਗੇ, ਕਿਉਂਕਿ ਅੱਜ ਬੱਚੇ ਨੂੰ ਇੰਪਲੋਏਬਿਲਿਟੀ ਚਾਹੀਦੀ ਆ, ਉਹਦਾ ਰੋਜ਼ੀ ਰੋਟੀ ਚੱਲਣਾ ਚਾਹੀਦਾ। ਕਿਉਂਕਿ ਮੈਂ ਇਹਨੂੰ ਇਨਵੈਸਟਮੈਂਟ ਗਿਣਦਾ ਕਿ ਇਹ ਸਾਡੀ ਫਿਊਚਰ ਇਨਵੈਸਟਮੈਂਟ ਆ। ਜੇ ਹਾਂ ਚੈਲੰਜਸ ਹੈਗੇ ਆ, ਧਰਨੇ ਵੀ ਬਹੁਤ ਲੱਗੇ ਆ, ਲੱਗ ਵੀ ਰਹੇ ਆ, ਗਾਲਾਂ ਵੀ ਕੱਢ ਰਹੇ ਆ, ਸਾਰਾ ਕੁਝ ਹੀ ਹੋ ਰਿਹਾ, ਬਟ ਐਟ ਦਾ ਸੇਮ ਟਾਈਮ ਮੈਂ ਇਹਦੇ ਲਈ ਦਰੇੜਿਆ ਵੀ ਜੇ ਅਸੀਂ ਯੂਥ ਨੂੰ ਚੰਗੇ ਪਾਸੇ ਨੂੰ ਲੈ ਲਿਆ, ਕਿਉਂਕਿ ਅਲਟੀਮੇਟਲੀ ਨਰੋਈ ਸੋਚ ਤੇ ਨਰੋਈ ਸਿਹਤ ਉਹਦੇ ਟੌਪਿਕ ਤੇ ਮੈਂ ਤਾਂ ਕੰਮ ਕਰ ਰਿਹਾ ਕਿ ਚਾਹੇ ਮੈਨੂੰ 18 ਘੰਟੇ ਕਰਨਾ ਪੈ ਜਾਵੇ, ਚਾਹੇ ਜਿੰਨਾ ਮਰਜ਼ੀ ਕਰਨਾ ਪੈ ਜਾਵੇ। ਮੈਂ ਆਪਣੇ ਕੈਬਨਿਟ ਕਲੀਗਸ ਨੂੰ ਵੀ, ਚੀਫ ਮਿਨਿਸਟਰ ਸਾਹਿਬ ਨੂੰ ਵੀ ਇਹ ਗੱਲ ਕਹੀ ਆ ਕਿ ਇਹ ਸਾਨੂੰ ਇੱਧਰ ਨੂੰ ਇਨਵੈਸਟਮੈਂਟ ਕਰਨੀ ਪੈਣੀ ਆ, ਅਸੀਂ ਭਾਵੇਂ ਬਾਕੀ ਇਨਵੈਸਟਮੈਂਟਸ ਘਟਾ ਲਈਏ। ਔਰ ਦੂਸਰੀ ਵਨੀਤ ਜੀ, ਜਿਹੜੇ ਸਾਡੇ ਕੋਲ 31,000 ਜਿਹੜੀ ਆ ਲਗਭਗ 31,000 ਪੋਸਟਾਂ ਹੈਗੀਆਂ, ਸਾਡੀਆਂ 19,000 ਅਪਰੋਕਸੀਮੇਟਲੀ ਤਾਂ ਕੋਰਟ ਦੇ ਵਿੱਚ ਸਟਕ ਹੋਈਆਂ ਆ, ਬਿਕੋਜ਼ ਸਮੇਂ-ਸਮੇਂ ਤੇ ਪ੍ਰੈਸ਼ਰ ਦੇ ਨਾਲ ਜਿੰਨੀਆਂ ਯੂਨੀਅਨ ਹੈਗੀਆਂ ਜਾਂ ਪੋਲੀਟੀਕਲ ਇੰਟਰਫੇਰੈਂਸ ਹੈ, ਉਹਦੇ ਨਾਲ ਇਹ ਰੂਲਾਂ ਦੀ ਡਿਵਰਸ਼ਨ ਕਰ ਲਈ। ਔਰ ਰੂਲਾਂ ਦੀ ਡਿਵਰਸ਼ਨ ਨਾਲ, ਕਿਉਂਕਿ ਜਿਹੜਾ ਵੀ ਅਗਰੀਬਡ ਬੱਚਾ ਹੈਗਾ ਉਹ ਫਿਰ ਕੋਰਟ 'ਚ ਚਲੇ ਜਾਂਦਾ ਜੀ ਵੀ ਇਹ ਇੱਦਾਂ ਹੋਈ ਆ, ਜੇ ਇੱਦਾਂ ਹੋਈ ਆ, ਉਹਦੇ ਨਾਲ ਸਾਡੀਆਂ 19,000 ਪੋਸਟਾਂ ਸਟਕ ਹੋਈਆਂ ਹੈਗੀਆਂ। ਐਂਡ ਲਗਭਗ 12,880 ਦਾ ਅਸੀਂ ਹੋਰ ਨਵਾਂ ਇਸ਼ਤਿਹਾਰ ਦੇਣ ਲੱਗੇ ਹਾਂ, ਸੋ ਦੈਟ ਕਿ ਮੈਨੂੰ ਲੱਗਦਾ ਵੀ 31,000 ਤਾਂ ਸਾਡੇ ਕੋਲ ਸ਼ਾਇਦ ਐਲੀਜੀਬਲ ਟੀਚਰ ਵੀ ਨਾ ਹੋਣ। ਔਰ ਇਹ ਜਿੰਨੇ ਵੀ ਸਾਡੇ ਹੈ ਤਾਂ ਸਾਡੇ ਬੱਚੇ ਆ, ਅਨਇੰਪਲੋਇਮੈਂਟ ਹੈਗੀ ਆ, ਪਰ ਮੈਂ ਜਿਹੜੀ ਕੋਸ਼ਿਸ਼ 'ਚ ਲੱਗਿਆ ਹੈਗਾ ਵੀ ਇਹਨੂੰ ਜਲਦੀ ਤੋਂ ਜਲਦੀ ਸੌਰਟ ਆਊਟ ਕਰਕੇ ਜਿਹੜੀ ਉਹ ਨੈਗੇਟਿਵ એનર્ਜੀ ਆ ਉਹਨੂੰ ਪੋਜ਼ਿਟਿਵ એનર્ਜੀ ਦੇ ਵਿੱਚ ਕਨਵਰਟ ਕਰਕੇ ਤਾਂ ਅਸੀਂ ਪੰਜਾਬ ਨੂੰ ਅੱਗੇ ਤੋਰੀਏ। ਪ੍ਰਗਟ ਜੀ, ਲੇਕਿਨ ਸਵਾਲ ਇਹ ਬਣ ਗਿਆ, ਇਹ ਕਿਹਾ ਜਾਂਦਾ ਹੈ ਕਿ ਸਿੱਖਿਆ ਦੇਣ ਵਾਲਾ ਗੁਰੂ ਯਾਨੀ ਟੀਚਰ ਅੱਜ ਸੜਕਾਂ ਤੇ ਆਪਣੇ ਹੱਕਾਂ ਦੀ ਲੜਾਈ ਲੜ ਰਿਹਾ ਹੈ। ਕਹਿੰਦੇ ਅਗਰ ਆਹੀ ਦਸਤੂਰ ਰਿਹਾ ਤੇ ਬੱਚੇ ਕੀ ਸਿੱਖਣਗੇ? ਯਾਰ ਇਹ 5% ਹੈ, 90% ਟੀਚਰ ਬਹੁਤ ਮਿਹਨਤੀ ਹੈ। ਟੀਚਰਾਂ ਨੇ ਜਿੰਨੀ ਅਪਗ੍ਰੇਡੇਸ਼ਨ ਹੋਈ ਆ ਪੰਜਾਬ PGI ਇੰਡੈਕਸ ਦੇ ਵਿੱਚ, ਉੱਦਾਂ ਨਹੀਂ ਅੱਗੇ ਆ ਸਕਦਾ ਸੀ। ਇਹ ਟੀਚਰਾਂ ਦੀ ਮਿਹਨਤ ਹੈ, ਇਹ ਉੱਥੇ ਦੇ ਲੋਕਾਂ ਦੀ ਮਿਹਨਤ ਹੈ, ਇਹ NRIs ਨੇ ਇਨਵੈਸਟਮੈਂਟ ਕੀਤੀ ਆ, ਇਹ ਸਰਕਾਰ ਨੇ ਕੀਤੀ ਆ। ਦੇਖੋ, ਮੇਰੀ ਕਿਸੇ ਹੱਦ ਤੱਕ ਕੈਪਟਨ ਅਮਰਿੰਦਰ ਸਿੰਘ ਨਾਲ ਇਸ ਗੱਲ ਤੇ ਬਹੁਤ ਚੀਜ਼ਾਂ ਤੇ ਡਿਫਰੈਂਸ ਆਫ ਓਪੀਨੀਅਨ ਹੈ, ਬਟ ਇਹਦੇ ਪਿੱਛੇ ਉਹਨਾਂ ਨੇ ਮੈਨੂੰ ਲੱਗਦਾ ਕਿ ਫ੍ਰੀ ਹੈਂਡ ਦਿੱਤਾ ਹੈਗਾ। ਯਾਨੀ ਸਿੱਖਿਆ ਦੇ ਵਿੱਚ 4.5 ਸਾਲ 'ਚ ਵੀ ਕੰਮ ਹੋਏ ਨੇ। ਹਾਂ, ਬਿਲਕੁਲ ਹੋਏ ਹੈਗੇ ਆ। ਬੇਸਿਕਲੀ ਅਸੀਂ 4.5 ਸਾਲ ਪਹਿਲਾਂ ਅਸੀਂ 23rd ਤੇ ਸੀਗੇ, ਜੇ ਅਸੀਂ PGI ਇੰਡੈਕਸ ਦੇ ਵਿੱਚ ਫਸਟ ਤੇ ਆਏ ਹੈਗੇ ਆ। ਅਸੀਂ ਗੱਲ ਸੁਣੋ, ਇਹਦਾ ਜਿਹੜਾ ਵੀ ਹੋਵੇ, ਦੇਖੋ ਮੈਂ ਤਾਂ ਹਮੇਸ਼ਾ ਇੱਕ ਗੱਲ ਬੜੇ ਠੋਕ ਵਜਾ ਕੇ ਕਹਿਣਾ ਹੁੰਦਾ, ਮੰਨ ਲਓ ਡਾਕਟਰ ਪਿੰਦਰਜੀਤ ਕੌਰ ਜੀ ਇੱਕ ਵਾਰੀ ਐਜੂਕੇਸ਼ਨ ਮਿਨਿਸਟਰ ਬਣੇ ਸੀ, ਉਹਨਾਂ ਨੇ ਚੇਂਜਸ ਲਿਆਂਦੀਆਂ ਸੀ, ਫਿਰ ਹੁਣ ਚੇਂਜਸ ਆਈਆਂ ਹੈਗੀਆਂ। ਸੋ ਜਿਹਨੇ ਜਿਹੜਾ ਕੰਮ ਕੀਤਾ ਉਹਨੂੰ ਕਹਿਣਾ ਕੋਈ ਮਾੜੀ ਗੱਲ ਨਹੀਂ ਹੈ। ਮੈਂ ਤਾਂ ਹਮੇਸ਼ਾ ਇਹ ਜੇ ਦਿੱਲੀ ਦੇ ਵਿੱਚ ਵੀ ਕੋਈ ਚੰਗੀ ਚੀਜ਼ ਹੈਗੀ ਆ, ਚੰਗੀ ਗੱਲ ਹੈ, ਸਾਡੇ ਦੇਸ਼ ਦੀ ਗੱਲ ਹੈ, ਬਿਲਕੁਲ ਸਹੀ, ਸਾਡੇ ਦੇਸ਼ ਦੀ ਰਾਜਧਾਨੀ ਆ। ਪ੍ਰਗਟ ਜੀ, ਲਾਈਟਲੀ ਲੈ ਲਈਏ, ਕਿਹਾ ਜਾਂਦਾ ਹੈ ਕਿ ਸਿੱਖਿਆ ਵਿਭਾਗ ਜਿਸ ਕੋਲ ਵੀ ਹੁੰਦਾ ਹੈ ਨਾ, ਕਹਿੰਦੇ ਉਸ ਦਾ ਬਲੱਡ ਪ੍ਰੈਸ਼ਰ ਹਮੇਸ਼ਾ ਹਾਈ ਰਹਿੰਦਾ ਹੈ। ਤੇ ਨਾਲ ਕਿਹਾ ਜਾਂਦਾ ਹੈ ਕਿ ਪੰਜਾਬ ਦਾ ਇਤਿਹਾਸ ਹੈ ਕਿ ਜਿਸ ਕੋਲ ਸਿੱਖਿਆ ਵਿਭਾਗ ਆ ਉਹ ਮੁੜ ਜਿੱਤਦਾ ਨਜ਼ਰ ਨਹੀਂ ਆਇਆ। ਕਹਿੰਦੇ ਕਈ ਮੰਤਰੀ ਆਏ ਜਿਹੜੇ ਚਲੇ ਗਏ, ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ। ਦੇਖੋ ਵਨੀਤ, ਇਹ ਕਿਸਮਤ ਦੀਆਂ ਖੇਡਾਂ, ਮੈਂ ਕਦੀ ਇਹਦੇ 'ਚ ਪੋਲਿਟਿਕਸ 'ਚ ਆਉਣਾ ਸੀਗਾ? ਮੈਨੂੰ ਤਾਂ ਇਹ ਵੀ ਕਿਹਾ ਗਿਆ ਸੀ ਵੀ 1952 ਤੋਂ ਬਾਅਦ ਛਾਉਣੀ ਦੇ ਉੱਤੋਂ ਦੂਜੀ ਵਾਰੀ ਨਹੀਂ ਕੋਈ ਜਿੱਤਿਆ। ਮੈਂ ਉਹ ਵੀ ਜਿੱਤਿਆ, ਇਹ ਮੇਰਾ ਇਹ ਵੀ ਇਤਿਹਾਸ ਹੈਗਾ, ਠੀਕ ਹੈ ਨਾ। ਮੈਂ ਚੈਲੰਜਸ ਨੂੰ ਹਮੇਸ਼ਾ ਐਕਸੈਪਟ ਕਰਦਾ, ਮੈਂ ਆਪ ਕਹਿ ਕੇ ਲਿਆ। ਮੈਨੂੰ ਇਹ ਸਾਰਿਆਂ ਨੇ ਰਿਊਮਰ ਜਿਹਾ ਵੀ ਇਹਦੇ 'ਚ ਇਦਾਂ ਹੋ ਜਾਂਦਾ, ਇਹਦੇ ਓਕੇ, ਯਾਨੀ ਗੱਲਾਂ ਲੋਕਾਂ ਨੇ ਕਹੀਆਂ ਤੁਹਾਨੂੰ। ਯਾਰ ਬੇਸਿਕਲੀ ਇਟ ਇਜ਼ ਯੂਰ ਆਲ ਲੱਕ, ਇਟ ਇਜ਼ ਆਲ ਡੈਸਟਨੀ। ਬੰਦਾ ਕਹਿੰਦਾ ਜੇ ਬੰਦਾ ਇਦਾਂ ਸੋਚਣ ਲੱਗ ਪਵੇ ਤਾਂ ਫਿਰ ਤਾਂ ਬੰਦੇ ਨੂੰ ਬੰਦਾ ਰੋਟੀ ਨਾ ਖਾਣ ਦੇਵੇ। ਸੋ ਮੈਂ ਤਾਂ ਇਸ ਗੱਲ 'ਚ ਵਿਸ਼ਵਾਸ ਕਰਦਾ ਹਾਂ। ਜੀ, ਹੁਣ ਰਾਜਨੀਤੀ ਦੀ ਦੋ ਗੱਲਾਂ ਕਰ ਲਈਏ ਕਿਉਂਕਿ ਸਮਾਂ ਤੁਹਾਡੇ ਕੋਲ ਵੀ ਘੱਟ ਹੀ ਹੈ। ਅੱਜ ਆਮ ਆਦਮੀ ਪਾਰਟੀ ਦਾਅਵਾ ਕਰ ਰਹੀ ਹੈ ਕਿ 4 ਮਿਨਿਸਟਰ ਕਾਂਗਰਸ ਦੇ ਉਹਨਾਂ ਦੇ ਸੰਪਰਕ ਦੇ ਵਿੱਚ ਸੀ, ਲੇਕਿਨ ਉਹਨਾਂ ਨੇ ਜੁਆਇਨਿੰਗ ਨਹੀਂ ਕਰਾਈ। ਉਹਨਾਂ ਨੇ ਦਾਅਵਾ ਕਰਤਾ ਕਿ 2022 'ਚ ਸਾਡੀ ਸਰਕਾਰ ਬਣੂ। ਚਲੋ, ਇਹਨਾਂ ਦੇ ਦਾਅਵੇ ਤਾਂ ਬਹੁਤ, ਕੇਜਰੀਵਾਲ ਜੀ ਬੇਸਿਕਲੀ ਵਿਕਰਮ ਮਜੀਠੀਏ ਨੂੰ ਕੀ ਕੁਝ ਕਹਿ ਕੇ ਗਏ ਸੀ। ਮੇਰੇ ਖਿਆਲ ਪੂਰੇ ਪੰਜਾਬ 'ਚ ਇਹਨਾਂ ਨੇ ਇਸ਼ਤਿਹਾਰ ਲਾਏ ਸੀ ਤੇ ਫਿਰ ਮਾਫੀ ਮੰਗ ਕੇ ਚਲੇ ਗਏ। ਪਰ ਕੀ ਇਹੋ ਜਿਹੇ ਬੰਦੇ ਦੀ ਜਵਾਨ ਕਰੀਏ ਯਾਰ, ਕੀ ਇਹੋ ਜਿਹੇ ਬੰਦੇ ਦਾ ਕਰਾਂਗੇ? ਇਹ ਤਾਂ ਬੇਸਿਕਲੀ ਪਿਓਰਲੀ ਇੱਕ, ਮੈਂ ਵਨੀਤ ਜੀ ਮੈਂ ਤੁਹਾਨੂੰ ਪੁੱਛਾਂ, ਇੱਕ ਇਹਨੂੰ ਪੁੱਛਿਓ ਵੀ ਜਿਹੜੀ ਇਹਦੇ ਘਰ ਦੇ ਉੱਤੇ ਜਿਹੜਾ ਇਹ ਆਮ ਆਦਮੀ ਦਾ ਜਿਹੜਾ ਉਹ ਮਖੌਟਾ ਪਾ ਕੇ ਘੁੰਮ ਰਹੇ ਆ, ਇਹਨਾਂ ਨੂੰ ਪੁੱਛਿਓ ਤੁਹਾਡੇ ਘਰ ਦੇ ਉੱਤੇ ਰੈਨੋਵੇਸ਼ਨ ਤੇ ਪੈਸੇ ਕਿੰਨੇ ਲੱਗੇ ਆ।
ਮੈਂ ਪੁੱਛਿਆ ਸੀ, ਅੱਜ ਤੱਕ ਕਿਸੇ ਨਾ ਪੱਤਰਕਾਰ ਨੇ ਉਹਨਾਂ ਨੂੰ ਪੁੱਛਿਆ ਤੇ ਨਾ ਉਹਨੂੰ ਕਿਤੇ ਵਿੱਚ ਲਿਆਂਦਾ। ਤੁਸੀਂ ਪੁੱਛਿਓ ਜਾ ਕੇ, ਅਗਲੀ ਇੰਟਰਵਿਊ ਮੈਂ ਤਾਂ ਦਊਂਗਾ ਜੇ ਤੁਸੀਂ ਪੁੱਛ ਕੇ ਉਹਦਾ ਜਵਾਬ ਲੈਓਗੇ ਵੀ ਹਾਂ ਵੀ ਆਹ ਪੁੱਛਦਾ ਪ੍ਰਗਟ ਸਿੰਘ ਦੱਸ, ਨਹੀਂ ਤਾਂ ਮੈਂ ਤੁਹਾਨੂੰ ਬਿੱਲ ਦਿਖਾਊਂਗਾ ਵੀ ਹਾਂ ਵੀ ਕਿੰਨੇ ਦੇ ਹੈਗੇ ਆ। ਤੁਸੀਂ ਦੱਸ ਦਿਓ ਕਿੰਨੀ ਕੋ ਰੈਨੋਵੇਸ਼ਨ ਪੁੱਛ ਲਿਓ ਨਾ ਤੁਸੀਂ, ਪੁੱਛ ਲਾਂਗੇ, ਤੁਸੀਂ ਵੀ ਥੋੜਾ ਜਿਹਾ ਦੇ ਦਿਓ ਜਾਣਕਾਰੀ। ਮੈਂ ਕਹਿੰਦਾ ਫਿਰ ਪੁੱਛ ਕੇ ਆਈ, ਫਿਰ ਮੈਂ ਤੁਹਾਨੂੰ ਦੱਸੂਗਾ। ਕਿਆ ਲੱਖਾਂ 'ਚ ਸੀ ਖਰਚਾ ਵੈਸੇ? ਕਰੋੜਾਂ 'ਚ, ਇੱਕ ਅੱਧਾ ਕਰੋੜ ਵੀ ਨਹੀਂ, ਗਾਂ ਪੁੱਛ ਕੇ ਆਈ, ਫਿਰ ਮੈਂ ਤੇਰੇ ਨਾਲ ਗੱਲ ਚਲੋ ਕਰੂੰ। ਕੋਸ਼ਿਸ਼ ਕਰਾਂਗੇ। ਇੱਕ ਸਵਾਲ ਹੁਣ ਸੁਖਬੀਰ ਬਾਦਲ ਵੀ ਬਾਰ-ਬਾਰ ਆ ਮਸਲਾ ਚੱਕ ਰਹੇ ਨੇ। ਉਹ ਕਹਿ ਰਹੇ ਨੇ ਕਿ ਪੰਜਾਬ ਦੀ ਜਿਹੜੀ ਚੰਨੀ ਸਰਕਾਰ ਹੈ ਉਹਨਾਂ ਦੀ ਕੋਸ਼ਿਸ਼ ਹੈ ਕਿ 2022 ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ, ਬਿਕਰਮ ਮਜੀਠੀਆ ਨੂੰ ਜੇਲ੍ਹ ਦੇ ਅੰਦਰ ਡੱਕ ਦਿੱਤਾ ਜਾਏ। ਇਸ ਲਈ ਛੜਯੰਤਰ ਹੋ ਰਹੇ ਨੇ, ਅਧਿਕਾਰੀ ਜਿਹੜੇ ਨੇ ਉਹਨਾਂ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਦੇਖੋ ਇਸ ਗੱਲ ਨਾਲ ਨਾ ਸਹਿਮਤੀ ਆ, ਨਾ ਮੈਨੂੰ ਇਹਦੇ ਬਾਰੇ ਸਮਝੀ ਆ, ਨੌਲੇਜ ਵੀ ਨਹੀਂ ਹੈ। ਮੈਂ ਕਹਿੰਦਾ ਵੀ ਦੇਖੋ ਬਿਊਰੋਕ੍ਰੇਸੀ ਇੰਡੀਪੈਂਡੈਂਟ ਕੰਮ ਕਰਨਾ ਚਾਹੀਦਾ, ਪੁਲਿਸ ਨੂੰ ਇੰਡੀਪੈਂਡੈਂਟ ਕੰਮ ਕਰਨਾ ਚਾਹੀਦਾ, ਲੌਜੀਕਲ ਗੱਲਾਂ ਹੋਣੀਆਂ ਚਾਹੀਦੀਆਂ। ਜੇ ਕਿਸੇ ਨੇ ਕੋਈ ਮਾੜੀ ਚੀਜ਼ ਕੀਤੀ ਆ ਤੇ ਉਹ ਅੰਦਰ ਵੀ ਜਾਣਾ ਚਾਹੀਦਾ, ਜੇ ਕਿਸੇ ਨੇ ਮਾੜੀ ਨਹੀਂ ਕੀਤੀ ਤਾਂ ਉਹ ਨਹੀਂ ਜਾਣਾ ਚਾਹੀਦਾ। ਮੈਂ ਤਾਂ ਇਸ ਗੱਲ 'ਚ ਵਿਸ਼ਵਾਸ ਰੱਖਦਾ, ਮੈਂ ਕਦੀ ਵੀ ਕਿਸੇ ਨੂੰ ਪਰਸਨਲ ਨਹੀਂ ਹੁੰਦਾ, ਕਿਉਂਕਿ ਬਹੁਤ ਜ਼ਿਆਦਾ ਰਿਊਮਰਸ, ਬਹੁਤ ਕਈ ਚੀਜ਼ਾਂ ਹੁੰਦੀਆਂ ਹੈਗੀਆਂ। ਬਟ ਇਟ ਇਜ਼ ਵੀ ਲਾਅ ਨੂੰ ਆਪਣਾ ਕੰਮ ਕਰਨਾ ਚਾਹੀਦਾ, ਤੁਹਾਨੂੰ ਆਪਣਾ ਕੰਮ ਕਰਨਾ ਚਾਹੀਦਾ। ਤੁਸੀਂ ਆਪਣੀ ਲਾਈਨ ਲੰਬੀ ਮਾਰੋ, ਦੂਸਰੇ ਦੀ ਆਟੋਮੈਟਿਕਲੀ ਛੋਟੀ ਲੱਗਣ ਲੱਗ ਪਊਗੀ। ਸੋ ਯੂ ਹੈਵ ਟੂ ਵਰਕ। ਸੋ ਉਹਦੇ ਲਈ ਸਿਰਫ ਗੱਲਾਂ ਕਰਨ ਦੀ ਜਿਹੜੀ ਉਹ ਮੈਂ ਸਮਝਦਾ ਜ਼ਰੂਰਤ ਨਹੀਂ ਹੈ। ਬਿਲਕੁਲ, ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਬਿਲਕੁਲ ਅਸੀਂ ਪ੍ਰਗਟ ਸਿੰਘ ਜਿਨ੍ਹਾਂ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਆਪਣੀ ਲਾਈਨ ਇੰਨੀ ਕੁ ਵੱਡੀ ਖਿੱਚ ਦਿਓ ਕਿ ਦੂਸਰੇ ਦੀ ਲਾਈਨ ਜਿਹੜੀ ਹੈ ਉਹ ਛੋਟੀ ਲੱਗ ਪੈਣ। ਇਸ ਤਰ੍ਹਾਂ ਦੀ ਗੱਲਾਂ ਦਾ ਕੋਈ ਚਿੱਤਾ ਨਹੀਂ ਹੈ। ਜੇਕਰ ਕਿਸੇ ਨੇ ਗਲਤ ਕੰਮ ਕੀਤਾ ਤਾਂ ਉਸ ਨੂੰ ਉਸਦੀ ਸਜ਼ਾ ਵੀ ਮਿਲੂਗੀ, ਤੇ ਜੇਕਰ ਕੋਈ ਨਿਰਦੋਸ਼ ਹੈ ਤੇ ਫਿਰ ਉਸ ਨੂੰ ਡਰਨਾ ਵੀ ਨਹੀਂ ਚਾਹੀਦਾ। ਇਸ ਤਰ੍ਹਾਂ ਦੀ ਇਹਨਾਂ ਨੇ ਗੱਲ ਕੀਤੀ ਹੈ। ਲੇਕਿਨ ਅਰਵਿੰਦ ਕੇਜਰੀਵਾਲ ਨੂੰ ਵੱਡਾ ਸਵਾਲ ਕੀਤਾ ਹੈ ਕਿ ਕੇਜਰੀਵਾਲ ਖੁਦ ਦੱਸਣ ਕਿ ਉਹਨਾਂ ਦੀ ਘਰ ਦੀ ਰੈਨੋਵੇਸ਼ਨ ਦੇ ਉੱਪਰ ਕਿੰਨੇ ਪੈਸੇ ਲੱਗੇ ਨੇ। ਹਾਲਾਂਕਿ ਇੱਕ ਵੱਡਾ ਮਸਲਾ ਵੇਖਣ ਵਾਲੀ ਗੱਲ ਰਹੇਗੀ ਕਿ ਆਮ ਆਦਮੀ ਪਾਰਟੀ ਇਹਨਾਂ ਦੇ ਇਸ ਸਵਾਲ ਦਾ ਜਵਾਬ ਕਿਸ ਲਹਿਜੇ ਦੇ ਵਿੱਚ ਇਹਨਾਂ ਨੂੰ ਦਿੰਦੀ ਹੋਈ ਨਜ਼ਰ ਆਊਗੀ। ਕੈਮਰਾਮੈਨ ਆਨੰਦ ਦੇ ਨਾਲ ਵਿਨੀਤ ਕਪੂਰ, दैनिक सवेरा टीवी, चंडीगढ़। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश ਅਤੇ ਮਾयूस होने वाले एक बार फोन जरूर करो, जिवें चाहोगे उवें होएगा। इट्स माई प्रॉमिस, इमीडिएटली रिजल्ट, ओपन चैलेंज। इल्मां दे माहिर A to Z समस्यावां दा फोन ते घर बैठे करवाओ हल। वशीकरण ਅਤੇ ਮੁੱਠ ਕਰਨੀ, लव मैरिज, सौतन ਅਤੇ दुश्मन तो छुटकारा, पक्का काम पक्का हल, 101% गारंटी, अष्टाम पेपर समेत। सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जादू टोना, मनमोहनी वशीकरण करवाओ ਜਾਂ तोड़वाओ, रुस्से ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।